Good morning, students. हाँ जी, टुडे वी विल डू चैप्टर 11 इकोनॉमिक प्लानिंग इन इंडिया। हाँ जी, देखो आफ्टर इंडिपेंडेंस 1947 के बाद 1951 में हमारे देश में क्या स्टार्ट हो गई थी, 5 ईयर प्लानिंग विच इज़ ऑल्सो कॉल्ड इकोनॉमिक प्लानिंग इन इंडिया, क्योंकि उसके बिना शायद अच्छे से ग्रो करना या डेवलपमेंट करना पॉसिबल नहीं था, है ना। हाँ जी, देखो क्या लिखा हुआ है। ਸੁਤੰਤਰਤਾ ਦੇ ਬਾਅਦ ਭਾਰਤ ਨੇ ਤੇਜ਼ੀ ਨਾਲ ਆਰਥਿਕ ਵਿਕਾਸ ਕਰਨ ਦੇ ਲਈ ਅਤੇ ਦੇਸ਼ ਵਿੱਚ ਉਪਲਬਧ ਸਾਧਨਾਂ ਦਾ ਉਚਿਤ ਉਪਯੋਗ ਕਰਨ ਦੇ ਲਈ 5 ਸਾਲਾ ਯੋਜਨਾਵਾਂ ਦੇ ਕੰਮ ਨੂੰ ਸ਼ੁਰੂ ਕੀਤਾ। 1951 ਤੋਂ ਦੇਸ਼ ਵਿੱਚ 5 ਸਾਲਾ ਯੋਜਨਾਵਾਂ ਦੀ ਨਿਰੰਤਰ ਪ੍ਰਕਿਰਿਆ ਚੱਲ ਰਹੀ ਹੈ, ਹੁਣ ਤੱਕ ਵੀ ਚੱਲ ਰਹੀ ਹੈ। ਇਹਨਾਂ ਨੇ ਦੇਖੋ ਲਿਖਿਆ ਹੋਇਆ 12ਵੀਂ 5 ਸਾਲਾ ਯੋਜਨਾ 2012 ਨੂੰ ਸ਼ੁਰੂ ਕੀਤੀ ਗਈ, ਹੁਣ ਤਾਂ ਇਹਦਾ ਮਤਲਬ 14ਵੀਂ ਚੱਲ ਰਹੀ ਹੈ ਨਾ। ਉਸ ਤੋਂ ਬਾਅਦ ਯੋਜਨਾ ਆਯੋਗ, ਪਲੈਨਿੰਗ ਕਮਿਸ਼ਨ ਐਂਡ 5 ਈਅਰ ਪਲੈਨਸ। ਹਾਂਜੀ, ਕਹਿੰਦੇ 1950 ਦੇ ਵਿੱਚ ਜੋ ਆਪਣੇ ਲੇਟ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਦੇਸ਼ ਦੇ ਫਿਜ਼ੀਕਲ ਕੈਪੀਟਲ ਅਤੇ ਹਿਊਮਨ ਰਿਸੋਰਸਿਸ ਨੂੰ ਇਵੈਲੂਏਟ ਕਰਨ ਲਈ, ਹੈ ਨਾ, ਉਸ ਅਕੋਰਡਿੰਗ ਪਲੈਨਿੰਗ ਬਣਾਉਣੀ ਜ਼ਰੂਰੀ ਸੀ, ਇਸ ਲਈ ਪਲੈਨਿੰਗ ਕਮਿਸ਼ਨ ਬਣਾਇਆ ਗਿਆ ਸੀਗਾ। ਠੀਕ ਹੈ। ਉਸ ਤੋਂ ਬਾਅਦ ਦੇਖੋ ਟੇਬਲ ਗਿਵਨ ਹੈ, ਉਹਦੇ ਵਿੱਚ ਅਲੱਗ-ਅਲੱਗ ਪਲੈਨਿੰਗਸ ਗਿਵਨ ਹੈ। ਫਸਟ 5 ਈਅਰ ਪਲੈਨ, ਟਾਈਮ ਪੀਰੀਅਡ ਗਿਵਨ ਹੈ, ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਸੀ, ਹੈ ਨਾ। ਨਾਲ ਗਿਵਨ ਹੈਗਾ ਟੋਟਲ ਖਰਚਾ ਗਿਵਨ ਹੈ, ਇਹ ਸਾਰਾ ਤੁਸੀਂ ਦੇਖ ਲਿਓ। ਨੈਕਸਟ ਕੀ ਹੈ, ਫੀਚਰਸ ਆਫ ਪਲੈਨਿੰਗ, ਕਿ ਪਲੈਨਿੰਗ ਦੇ ਫੀਚਰਸ ਕੀ ਨੇ, ਮਤਲਬ ਕੀ ਖਾਸੀਅਤ ਰਹੀਆਂ। ਡੈਮੋਕ੍ਰੇਟਿਕ, ਹਾਂਜੀ, ਜੋ ਵੀ ਪਲੈਨਿੰਗ ਕਮਿਸ਼ਨ ਪਲੈਨਿੰਗ ਬਣਾਉਂਦਾ ਸੀ, ਹੈ ਨਾ, ਤਾਂ ਡੈਮੋਕ੍ਰੇਟਿਕ ਹੁੰਦੀ ਸੀ ਉਹ, ਮਤਲਬ ਇੱਦਾਂ ਸੋਚ ਕੇ ਹੀ ਬਣਾਈ ਜਾਂਦੀ ਸੀ ਵੀ ਹਰ ਪਰਸਨ ਨੂੰ, ਸਿੰਗਲ ਪਰਸਨ ਨੂੰ ਉਹਦਾ ਫਾਇਦਾ ਮਿਲੇ। ਡਿਫਰੈਂਟ ਸੈਕਟਰਸ, ਮਤਲਬ ਪਬਲਿਕ ਸੈਕਟਰ, ਪ੍ਰਾਈਵੇਟ ਸੈਕਟਰ, ਜੁਆਇੰਟ ਸੈਕਟਰ, ਸਭ ਨੂੰ ਕੰਸੀਡਰ ਕੀਤਾ ਜਾਂਦਾ ਸੀਗਾ। ਇਹਨਾਂ ਦੀ ਇੰਪੋਰਟੈਂਸ ਦੇ ਅਕੋਰਡਿੰਗ ਇਹਨਾਂ ਨੂੰ ਕੰਮ ਦਿੱਤੇ ਜਾਂਦੇ ਸੀ ਵੀ ਕਿਹਨੂੰ ਕਿਹੜਾ ਕੰਮ ਦੇਣਾ, ਕਿਹੜੇ ਸੈਕਟਰ ਨੂੰ ਕਿਹੜਾ। ਨੈਕਸਟ ਕੀ ਹੈ, ਕੇਂਦਰੀ ਯੋਜਨਾ ਅਤੇ ਰਾਜ ਯੋਜਨਾਵਾਂ ਦਾ ਬਣਾਇਆ ਜਾਣਾ। ਇੱਕ ਸੈਂਟਰਲ ਪਲਾਨ ਬਣਦਾ ਸੀ ਅਤੇ ਨਾਲ ਸਟੇਟ ਪਲਾਨਸ ਬਣਦੇ ਸੀ। ਸੈਂਟਰ ਪਲਾਨ ਤਾਂ ਤੁਸੀਂ ਸਮਝ ਸਕਦੇ ਹੋ ਪੂਰੇ ਦੇਸ਼ ਲਈ, ਮਤਲਬ ਸਟੇਟ ਪਲਾਨਸ ਆਪਣੀ ਸਟੇਟ ਦੇ ਡਿਵੈਲਪਮੈਂਟ ਲਈ, ਹੈ ਨਾ। ਫਾਈਨੈਂਸ਼ੀਅਲ ਪਲਾਨਿੰਗ ਤਾਂ ਬਹੁਤ ਜ਼ਰੂਰੀ ਹੈ ਫਾਈਨੈਂਸ ਨੂੰ ਲੈ ਕੇ, ਕਿ ਕਿਹੜੇ ਸੈਕਟਰ ਦੇ ਉੱਪਰ ਕਿੰਨਾ ਖਰਚ ਕਰਨਾ ਹੈ, ਇਹ ਪਹਿਲਾਂ ਹੀ ਡਿਸਾਈਡ ਕਰ ਲਿਆ ਜਾਂਦਾ ਸੀ। ਅਨਚੇਂਜਿੰਗ ਪ੍ਰਿਓਰਿਟੀਜ਼, ਜਿੰਨੀਆਂ ਵੀ ਹੁਣ ਤੱਕ ਦੇਖੋ ਪਲੈਨਿੰਗਸ ਰਹੀਆਂ ਨੇ, ਹਰ ਪਲੈਨਿੰਗ ਦੀ ਆਪਣੀ ਜੋ ਪ੍ਰਿਓਰਿਟੀ ਹੈ ਉਹ ਸੇਮ ਜਿਹੀ ਰਹੀ ਹੈ, ਕਿ ਇੰਡਸਟਰੀਜ਼ ਨੂੰ, ਐਨਰਜੀ ਨੂੰ, ਐਗਰੀਕਲਚਰ ਨੂੰ, ਹੈ ਨਾ, ਇਹਨਾਂ ਨੂੰ ਡਿਵੈਲਪ ਕਰਨਾ, ਮਤਲਬ ਗਰੀਬੀ ਹਟਾਓ ਵਗੈਰਾ, ਇਹ ਸਾਰੇ ਜੋ ਆਪਣੇ ਰਹੇ ਨੇ ਹਰ ਪਲੈਨਿੰਗ ਦੇ ਹੀ ਆਪਣੇ ਏਮਸ ਰਹੇ ਨੇ। ਨੈਕਸਟ ਪ੍ਰੋਸਪੈਕਟਿਵ ਐਂਡ ਪਰਸਪੈਕਟਿਵ ਪਲੈਨਿੰਗ। ਪ੍ਰੋਸਪੈਕਟਿਵ ਹੁੰਦੀ ਹੈ ਸ਼ੋਰਟ ਟਰਮ ਅਤੇ ਲੌਂਗ ਟਰਮ। ਹਾਂਜੀ, ਸ਼ੋਰਟ ਟਰਮ ਹੁੰਦੀ ਹੈ ਜੋ ਇੱਕ 5 ਈਅਰ ਪਲਾਨ ਲਈ ਤੁਸੀਂ ਮੇਨ ਟਾਰਗੇਟ ਰੱਖ ਲਿਆ। ਲੌਂਗ ਟਰਮ ਪਲੈਨਿੰਗ ਜੋ ਹਰ ਪਲਾਨ ਦੇ ਵਿੱਚ ਤੁਹਾਡਾ ਮਤਲਬ ਏਮ ਹੁੰਦਾ ਹੀ ਹੁੰਦਾ, ਤਾਂ ਉਹ ਚੀਜ਼ ਡਿਸਕਸ ਹੁੰਦੀ ਸੀ। ਸੈਂਟਰਲ ਪਲੈਨਿੰਗ ਅਥੋਰਿਟੀ, ਹਾਂਜੀ, ਮਤਲਬ ਜੋ ਸੈਂਟਰ ਗਵਰਨਮੈਂਟ ਹੈ ਉਹ ਇੱਕ ਇਕਨੋਮਿਕ ਪਲੈਨਿੰਗ ਤਿਆਰ ਕਰਦੀ ਸੀ, ਹੈ ਨਾ, ਉਹਦੇ ਅਕੋਰਡਿੰਗ ਹੀ ਸਾਰੇ ਅੱਗੇ ਪ੍ਰੋਸੀਡ ਕਰਦੇ ਸੀ। ਸੈੱਟ ਓਬਜੈਕਟਿਵਜ਼ ਸੈੱਟ ਕਰ ਲਏ ਜਾਂਦੇ ਸੀ, ਪਹਿਲਾਂ ਗਵਰਨਮੈਂਟ ਦੇ ਕੰਟਰੋਲ 'ਚ ਹੁੰਦਾ ਸੀ। ਕੰਪਰੀਹੈਂਸਿਵ ਡਿਵੈਲਪਮੈਂਟ, ਮਤਲਬ ਹਰ ਸੈਕਟਰ ਨੂੰ, ਹਰ ਚੀਜ਼ ਨੂੰ ਕੰਸੀਡਰ ਕਰਨਾ। ਟਰਾਂਸਪੋਰਟ, ਮਿਨਰਲਸ, ਇਹਨਾਂ ਦੇ ਉੱਪਰ ਵੀ ਪੂਰਾ ਧਿਆਨ ਦਿੱਤਾ ਜਾਂਦਾ ਸੀ। ਡੈਫੀਨੇਟ ਟਾਈਮ ਪੀਰੀਅਡ, ਕਿ ਆਪਾਂ 5 ਸਾਲ ਦੇ ਵਿੱਚ ਹੀ ਇਸ ਚੀਜ਼ ਨੂੰ ਅਚੀਵ ਕਰਨਾ ਹੈ। ਸਲੋਗਨਸ ਰੱਖੇ ਜਾਂਦੇ ਸੀ ਕਿ ਇਸ ਪਲੈਨਿੰਗ ਦਾ ਆਪਣਾ ਸਲੋਗਨ ਕੀ ਹੈ। ਫੋਰ ਐਗਜ਼ਾਮਪਲ ਜਿਵੇਂ ਇਹਨਾਂ ਨੇ ਲਿਖਿਆ ਹੋਇਆ ਹੈ, ਅਨਾਜ ਵਿੱਚ ਆਤਮ ਨਿਰਭਰਤਾ, ਮਤਲਬ ਸੈਲਫ ਸਫੀਸ਼ੈਂਸੀ ਇਨ ਫੂਡ ਗ੍ਰੇਨਸ, ਹੈ ਨਾ, ਸਥਿਰਤਾ ਦੇ ਨਾਲ ਉੱਨਤੀ, ਗਰੋਥ ਵਿਦ ਸਟੇਬਿਲਿਟੀ, ਇੱਦਾਂ ਦਾ ਵੀ ਅਸੀਂ ਇਹ ਚੀਜ਼ ਹਾਸਿਲ ਕਰਨੀ ਹੈ। ਅੱਗੇ ਦੇਖੋ ਉਹੀ ਉਦੇਸ਼ ਹੀ ਦਿੱਤੇ ਹੋਏ ਨੇਗੇ। ਫਸਟ ਓਬਜੈਕਟਿਵ ਕੀ ਹੈ, ਰਾਸ਼ਟਰੀ ਆਮਦਨ ਅਤੇ ਪ੍ਰਤੀ ਵਿਅਕਤੀ ਆਮਦਨ ਵਿੱਚ ਵਾਧਾ। ਕੁਛ ਵੀ ਨਹੀਂ ਹੈ ਰਾਜੇ, ਬਹੁਤ ਸਿੰਪਲ ਗੱਲਾਂ ਨੇਗੀਆਂ, ਕਿ ਮਤਲਬ ਆਪਣਾ ਓਬਜੈਕਟਿਵ ਕੀ ਹੁੰਦਾ ਸੀ ਪਲੈਨਿੰਗ ਦਾ, ਕਿ ਦੇਸ਼ ਦੀ ਨੈਸ਼ਨਲ ਇਨਕਮ ਔਰ ਪਰ ਕੈਪੀਟਾ ਇਨਕਮ ਨੂੰ ਇਨਕਰੀਜ਼ ਕਰਨਾ ਹੈ, ਇਨਇਕੁਐਲਿਟੀ ਘਟਾਉਣੀ ਹੈ ਨਾ, ਮਤਲਬ ਇਹ ਨਾ ਹੋਵੇ ਵੀ ਰਿਚ ਹੋਈ ਜਾਣ, ਪੂਅਰ ਹੋਈ ਜਾਣ, ਨਹੀਂ। ਰੀਜਨਲ ਇਨਇਕੁਐਲਿਟੀ ਘਟਾਉਣੀ ਹੈ, ਮਤਲਬ ਇਹ ਨਹੀਂ ਹੈਗਾ ਵੀ ਇੱਕ ਸਟੇਟ ਬਹੁਤ ਜ਼ਿਆਦਾ ਡਿਵੈਲਪਡ ਹੋ ਗਈ, ਕਈ ਬਹੁਤ ਜ਼ਿਆਦਾ ਪਿੱਛੇ ਰਹਿ ਗਈਆਂ, ਨਹੀਂ। ਪ੍ਰਾਈਸਿਸ ਦੇ ਵਿੱਚ ਸਟੇਬਿਲਿਟੀ ਲੈ ਕੇ ਆਉਣੀ ਹੈ, ਇਕਨੋਮਿਕ ਡਿਵੈਲਪਮੈਂਟ, ਦੇਸ਼ ਦੇ ਵਿੱਚ ਇੰਪਲੋਇਮੈਂਟ ਦਾ ਲੈਵਲ ਵਧਾਉਣਾ ਹੈ, ਜੋ ਰਿਸੋਰਸਿਸ ਸਾਡੇ ਪਾਸ ਅਵੇਲੇਬਲ ਹੈ ਉਹਨਾਂ ਦਾ ਫੁੱਲ ਯੂਟੀਲਾਈਜੇਸ਼ਨ ਕਰਨਾ, ਸੈਲਫ ਸਫੀਸ਼ੀਐਂਟ ਬਣਨਾ, ਤਾਂ ਕਿ ਐਟਲੀਸਟ ਅਗਰ ਕੋਈ ਵਾਰ ਵਗੈਰਾ ਹੁੰਦਾ, ਹੈ ਨਾ, ਸਾਨੂੰ ਕੋਈ ਇਹ ਨਾ ਕਵੇ ਵੀ ਹਾਂ ਤੁਸੀਂ ਇੱਕ ਵਾਰੀ ਹੋਇਆ ਸੀ ਨਾ ਕਿ ਅਮੈਰੀਕਾ ਨੇ, ਮਤਲਬ ਜਦੋਂ ਇੰਡੀਆ ਔਰ ਚਾਈਨਾ ਦਾ ਵਾਰ ਚੱਲ ਰਿਹਾ ਸੀ ਤਾਂ ਅਮੈਰੀਕਾ ਨੇ ਥ੍ਰੈਟਨ ਕੀਤਾ ਸੀ ਇੰਡੀਆ ਨੂੰ ਕਿ ਤੂੰ ਇਸ ਵਾਰ ਦੇ ਵਿੱਚੋਂ ਅਗਰ ਪਿੱਛੇ ਨਾ ਹੋਇਆ ਤਾਂ ਅਸੀਂ ਜੋ ਤੈਨੂੰ ਸਪਲਾਈ ਦੇ ਰਹੇ ਹਾਂ ਫੂਡ ਗ੍ਰੇਨਸ ਦੀ ਉਹ ਬੰਦ ਕਰ ਦਾਂਗੇ। ਤਾਂ ਫਿਰ ਉਸ ਤੋਂ ਬਾਅਦ ਇੰਡੀਆ ਨੇ ਡਿਸਾਈਡ ਕੀਤਾ ਸੀ ਕਿ ਨਹੀਂ, ਹੁਣ ਮੈਂ ਸੈਲਫ ਸਫੀਸ਼ੀਐਂਟ ਹੀ ਹੋ ਜਾਣਾ ਹੈ।
ठीक है। ਇੱਦਾਂ ਹੀ ਬਹੁਤ ਸਾਰੇ ਮਤਲਬ ਦਿੱਤੇ ਹੋਏ ਨੇ, ਪੋਵਰਟੀ ਨੂੰ ਖ਼ਤਮ ਕਰਨਾ, ਇਨਫਰਾਸਟਰਕਚਰ ਨੂੰ ਡਿਵੈਲਪ ਕਰਨਾ, ਇਹ ਸਾਰੇ ਓਬਜੈਕਟਿਵਸ ਹੁੰਦੇ ਨੇ। ਉਸ ਤੋਂ ਬਾਅਦ ਪ੍ਰੋਗਰੈਸ ਕੀ ਹੋਈ, ਆਪਾਂ ਕੀ ਅਚੀਵ ਕਰ ਪਾਏ ਹਾਂ, ਤਾਂ ਜੋ ਓਬਜੈਕਟਿਵ ਸੀ ਉਹੀ ਪੁਆਇੰਟ ਆਉਣਗੇ, ਬਸ ਇਹਦੇ ਵਿੱਚ ਤੁਸੀਂ ਪਰਸੈਂਟੇਜ ਦੱਸ ਦਿਓਗੇ ਵੀ ਅਸੀਂ ਇੰਨਾ ਅਚੀਵ ਕਰ ਪਾਏ। ਜਿਵੇਂ ਫਸਟ ਨੈਸ਼ਨਲ ਇਨਕਮ ਦੇ ਵਿੱਚ ਕਿੰਨੇ % ਉਹ ਹੋ ਪਾਇਆ, ਇਹ ਤੁਹਾਡੇ 'ਤੇ ਹੈ, ਤੁਸੀਂ ਕਿੰਨਾ ਕੁ ਯਾਦ ਰੱਖ ਸਕਦੇ ਹੋ। ਪਰ ਕੈਪੀਟਲ ਇਨਕਮ 'ਚ ਕਿੰਨਾ ਕੁ ਇੰਕਰੀਮੈਂਟ ਹੋ ਪਾਇਆ। ਕੈਪੀਟਲ ਫੋਰਮੇਸ਼ਨ ਇਨਵੈਸਟਮੈਂਟ ਹੁੰਦੀ ਹੈ ਕਿ ਉਹਨੂੰ ਕਿੰਨਾ ਵਧਾ ਪਾਏ, ਹੈ ਨਾ। ਨੈਕਸਟ ਖੇਤੀ ਵਿੱਚ ਇੰਸਟੀਟਿਊਸ਼ਨਲ ਰਿਫੋਰਮਸ, ਇਹ ਕਾਫੀ ਮਤਲਬ ਅੱਛਾ ਪੁਆਇੰਟ ਹੈ। ਇੰਸਟੀਟਿਊਸ਼ਨਲ ਰਿਫੋਰਮਸ ਹੋ ਗਏ ਵੀ ਜਿਵੇਂ ਲੈਂਡ ਨੂੰ ਲੈ ਕੇ ਕੁਛ ਸੁਧਾਰ ਕੀਤੇ ਗਏ ਸੀ, ਜਿਵੇਂ ਕੰਸੋਲੀਡੇਸ਼ਨ, ਸੀਲਿੰਗ ਔਨ ਲੈਂਡ ਹੋਲਡਿੰਗਸ, ਹੈ ਨਾ। ਚੱਕਬੰਦੀ ਵਗੈਰਾ ਤੁਸੀਂ ਸੁਣੀ ਹੋਊਗੀ ਵੀ ਮਤਲਬ ਜਿਹੜੇ ਜ਼ਮੀਂਦਾਰ ਹੁੰਦੇ ਸੀ ਉਹਨਾਂ ਨੂੰ ਖ਼ਤਮ ਕਰਨਾ, ਇਹ ਕੁਛ ਕੀਤਾ ਗਿਆ ਸੀ। ਇੰਡਸਟਰੀਜ਼ ਨੂੰ ਡਿਵੈਲਪ ਕਰ ਪਾਏ ਹਾਂ, ਇਨਫਰਾਸਟਰਕਚਰ ਨੂੰ ਡਿਵੈਲਪ ਕਰ ਪਾਏ ਹਾਂ, ਸੋਸ਼ਲ ਫੈਸਿਲਿਟੀਜ਼ ਨੂੰ ਵਧਾ ਦਿੱਤਾ ਸੀ। ਇੰਪਲੋਇਮੈਂਟ ਦੇ ਵਿੱਚ ਮਤਲਬ ਹੋਇਆ ਤਾਂ ਹੈਗਾ ਇੰਕਰੀਮੈਂਟ, ਚਲੋ ਜਿੰਨਾ ਚਾਹੁੰਦੇ ਸੀ ਉਹਨਾਂ ਨਹੀਂ, ਬਟ ਹੋਇਆ ਤਾਂ ਹੈ। ਮੋਡਰਨਾਈਜੇਸ਼ਨ ਹੋ ਗਿਆ, ਐਕਸਪੋਰਟ ਪ੍ਰਮੋਸ਼ਨ, ਇੰਪੋਰਟ ਸਬਸਟੀਟਿਊਸ਼ਨ, ਕਿ ਸਾਡੇ ਐਕਸਪੋਰਟਸ ਵੱਧ ਗਏ, ਜਿਹੜੀ ਅਸੀਂ ਗੁੱਡਸ ਬਾਹਰੋਂ ਇੰਪੋਰਟ ਕਰਦੇ ਸੀ ਉਹਨਾਂ ਦੇ ਸਬਸਟੀਟਿਊਟ ਅਸੀਂ ਹੁਣ ਦੇਸ਼ 'ਚ ਬਣਾਉਣ ਲੱਗੇ। ਸਾਇੰਸ ਐਂਡ ਟੈਕਨੋਲੋਜੀ ਦਾ ਡਿਵੈਲਪਮੈਂਟ ਹੋਇਆ, ਹੈ ਨਾ। ਸਾਈਕਲੀਕਲ ਫਲਕਚੁਏਸ਼ਨਸ ਆਪਾਂ ਘਟਾ ਲਈਆਂ, ਬਸ ਬਹੁਤ ਕੁਝ, ਬਹੁਤ ਜ਼ਿਆਦਾ ਪੁਆਇੰਟ ਹੈ। ਤੁਸੀਂ ਮਤਲਬ 7-8 ਪੁਆਇੰਟਸ ਆਈ ਥਿੰਕ ਬਹੁਤ ਹੁੰਦੇ ਨੇ। ਅੱਗੇ ਫੇਲੀਅਰਸ ਕੀ ਰਹੇ ਨੇ, ਕਿ ਸਟੈਂਡਰਡ ਆਫ ਲਿਵਿੰਗ ਦੇ ਵਿੱਚ ਕੋਈ ਖਾਸ ਇੰਕਰੀਮੈਂਟ ਨਹੀਂ ਹੋ ਪਾਇਆ, ਹੈ ਨਾ। ਪ੍ਰਾਈਸਿਸ ਲਗਾਤਾਰ ਵੱਧਦੇ ਰਹੇ ਨੇ, ਅਨਇੰਪਲੋਇਮੈਂਟ ਵੱਧਦੀ ਰਹੀ, ਐਗਰੀਕਲਚਰ ਸੈਕਟਰ ਦੇ ਵਿੱਚ ਕੋਈ ਖਾਸ ਗਰੋਥ ਨਹੀਂ ਹੋਈ। ਇਨਕਮ ਔਰ ਵੈਲਥ ਦਾ ਜੋ ਡਿਸਟਰੀਬਿਊਸ਼ਨ ਹੈ ਉਹ ਸਹੀ ਨਹੀਂ ਰਿਹਾ, ਰਿਚ ਹੋਈ ਗਏ ਨੇ, ਪੂਅਰ ਹੋਈ ਜਾ ਰਹੇ ਨੇ। ਐਡਮਿਨਿਸਟ੍ਰੇਸ਼ਨ ਅੱਛਾ ਨਹੀਂ ਹੈ। ਕੈਪੀਟਲ ਫੋਰਮੇਸ਼ਨ ਦੀ ਪ੍ਰੋਸੈਸ ਬਹੁਤ ਸਲੋ ਹੈ। ਸੇਮ ਪ੍ਰੋਬਲਮ, ਇੰਬੈਲੈਂਸਡ ਗਰੋਥ ਆਫ ਡਿਫਰੈਂਟ ਰੀਜ਼ਨਸ, ਕੁਛ ਤੁਸੀਂ ਦੇਖ ਹੀ ਸਕਦੇ ਹੋ, ਕੁਛ ਸਟੇਟਸ ਬਹੁਤ ਜ਼ਿਆਦਾ ਡਿਵੈਲਪਡ ਹੈ, ਕਈ ਹਲੇ ਬਹੁਤ ਪਿੱਛੇ ਨੇ। ਇਨਫਰਾਸਟਰਕਚਰ ਵੀ ਜਿੰਨਾ ਡਿਵੈਲਪ ਹੋਣਾ ਚਾਹੀਦਾ ਸੀ ਓਨਾ ਨਹੀਂ ਹੋ ਪਾਇਆ। ਉਸ ਤੋਂ ਬਾਅਦ ਕੀ ਹੈ, ਸਲੋ ਪ੍ਰੋਗਰੈਸ ਦੇ ਕਾਰਨ ਵੀ ਰੀਜ਼ਨਸ ਕੀ ਨੇ। ਇਕਨੋਮਿਕ ਕਾਜ਼ਿਜ਼, ਕਿ ਦੇਸ਼ ਕੋਲ ਇੰਨਾ ਇੰਨਾ ਅੱਛਾ ਪੈਸਾ ਨਹੀਂ ਹੈਗਾ। ਅਗਰ ਐਗਰੀਕਲਚਰ ਦੀ ਗੱਲ ਕਰੀਏ ਤਾਂ ਉੱਥੇ ਮੋਡਰਨਾਈਜੇਸ਼ਨ ਨਹੀਂ ਹੈਗਾ, ਹੈ ਨਾ। ਐਡਮਿਨਿਸਟ੍ਰੇਟਿਵ ਕਾਜ਼ਿਜ਼, 5 ਸਾਲ ਬਾਅਦ ਇੱਥੇ ਗੌਰਮੈਂਟ ਚੇਂਜ ਹੋ ਜਾਂਦੀ ਹੈ, ਕੋਈ ਗੌਰਮੈਂਟ ਕਿੱਦਾਂ ਕੰਮ ਕਰਦੀ ਹੈ, ਕੋਈ ਕਿੱਦਾਂ, ਤਾਂ ਕੋਈ ਟੈਕਸ ਬੰਦ ਕਰ ਦਿੰਦੀ ਹੈ, ਕੋਈ ਲਗਾ ਦਿੰਦੀ ਹੈ, ਤਾਂ ਉਹ ਚੀਜ਼ਾਂ ਨਹੀਂ ਅੱਛੀਆਂ। ਪੋਲੀਟੀਕਲ ਕਾਜ਼ਿਜ਼ ਵੀ ਇਹੀ ਹੋ ਗਿਆ ਕਿ ਮਤਲਬ ਮਲਟੀ ਪਾਰਟੀ ਸਿਸਟਮ ਹੈ ਨਾ। ਜਦੋਂ ਨਵੀਂ ਪਾਰਟੀ ਆਉਂਦੀ ਆ ਕੇ ਪਹਿਲਾਂ ਵਾਲੀ ਪਾਰਟੀ ਦੇ ਸਾਰੇ ਕੰਮ ਰੋਕ ਦਿੰਦੀ ਹੈ, ਤਾਂ ਗਰੋਥ ਵੀ ਇਫੈਕਟ ਹੋਣੀ ਹੈ। ਨੈਚੁਰਲ ਕਾਜ਼ਿਜ਼, ਫਲੱਡਸ ਵਗੈਰਾ, ਫੋਰ ਐਗਜ਼ਾਮਪਲ ਹੁਣ ਕੋਵਿਡ ਦੀ ਪ੍ਰੋਬਲਮ ਚੱਲ ਰਹੀ ਹੈ, ਇਹਨਾਂ ਰੀਜ਼ਨਸ ਕਰਕੇ GDP ਤਾਂ ਇਫੈਕਟ ਹੋਏਗੀ ਨਾ। ਸੋਸ਼ਲ ਕਾਜ਼ਿਜ਼ ਹੋ ਗਏ, ਮਤਲਬ ਜਿਵੇਂ ਆਪਣੇ ਰਿਚੁਅਲਸ ਨੇ, ਪੁਰਾਣੇ ਟਰੈਡੀਸ਼ਨਸ ਨੇ, ਹੈ ਨਾ, ਉਹ ਵੀ ਇਹਦੇ ਵਿੱਚ ਰੁਕਾਵਟ ਪਾਉਂਦੇ ਨੇ। ਇੰਟਰਨੈਸ਼ਨਲ ਕਾਜ਼ਿਜ਼, ਮਤਲਬ ਅਗਰ ਕੋਈ ਕੰਟਰੀ, ਹੈ ਨਾ, ਮਤਲਬ ਅਗਰ ਡਿਵੈਲਪਡ ਕੰਟਰੀ ਸਾਡੀ ਹੈਲਪ ਨਹੀਂ ਕਰਦੀਆਂ, ਠੀਕ ਹੈ, ਸਾਨੂੰ ਮਹਿੰਗਾ ਦਿੰਦੀਆਂ ਨੇ, ਹੈ ਨਾ, ਤਾਂ ਉਹ ਚੀਜ਼। ਮੋਰਲ ਕਾਜ਼ਿਜ਼, ਇਹਦੇ ਵਿੱਚ ਹੈ ਕਿ ਮੋਰਲ ਵੈਲਿਊਜ਼, ਹੈ ਨਾ, ਕਿ ਨੈਸ਼ਨਲ ਸਪਿਰਿਟ, ਕਿ ਆਪਾਂ ਪਹਿਲਾਂ ਦੇਸ਼ ਨੂੰ ਬਹੁਤ ਪਿਆਰ ਕਰਦੇ ਸੀ ਲੇਕਿਨ ਹੁਣ ਉਹ ਭਾਵਨਾਵਾਂ ਵੀ ਚੇਂਜ ਹੋ ਗਈਆਂ। ਬਸ ਅੱਗੇ ਕੀ ਹੈ, ਸੁਜੈਸ਼ਨਸ ਆ ਗਏ, ਜਿਹੜੇ ਪ੍ਰੋਬਲਮਸ ਆ ਉਹਨਾਂ ਨੂੰ ਠੀਕ ਕਰ ਦਿਓ, ਕਿ ਓਬਜੈਕਟਿਵ ਸਹੀ ਬਣਾਈਏ, ਪਲੈਨਿੰਗ ਸਹੀ ਹੋਵੇ, ਲੋਕਲ ਨੀਡਸ, ਮਿਨੀਮਮ ਨੀਡਸ 'ਤੇ ਆਪਾਂ ਪਹਿਲਾਂ ਪੂਰਾ ਧਿਆਨ ਦਈਏ, ਹੈ ਨਾ। ਗੈਸਟੇਸ਼ਨ ਪੀਰੀਅਡ ਹੁੰਦੀ ਹੈ ਟਾਈਮ ਪੀਰੀਅਡ, ਕਿ ਤੁਸੀਂ ਇੱਕ ਚੀਜ਼ ਨੂੰ ਸ਼ੁਰੂ ਕਰਨਾ ਅਤੇ ਉਹਨੂੰ ਅਚੀਵ ਕਰਨਾ, ਵੀ ਉਹ ਘੱਟ ਤੋਂ ਘੱਟ ਰੱਖੀਏ। ਇਹ ਨਹੀਂ ਵੀ ਆਪਾਂ ਇੱਕ ਪ੍ਰੋਜੈਕਟ ਸ਼ੁਰੂ ਕਰ ਲਿਆ 10 ਸਾਲ ਉਸੇ 'ਤੇ ਹੀ ਲਗਾਤੇ, ਨਹੀਂ। ਬੈਲੈਂਸਡ ਗਰੋਥ ਹੋਣੀ ਚਾਹੀਦੀ ਹੈ, ਕੰਜ਼ਿਊਮਰ ਗੁੱਡਸ ਔਰ ਕੈਪੀਟਲ ਗੁੱਡਸ ਦੀ। ਐਗਰੀਕਲਚਰ ਨੂੰ ਡਿਵੈਲਪ ਕਰੀਏ, ਪਬਲਿਕ ਔਰ ਪ੍ਰਾਈਵੇਟ ਸੈਕਟਰਸ ਦੇ ਵਿੱਚ ਬੈਲੈਂਸ ਲੈ ਕੇ ਆਈਏ, ਪ੍ਰਾਈਸਿਸ ਦੇ ਵਿੱਚ ਸਟੇਬਿਲਿਟੀ ਰੱਖੀਏ। ਅਗਰ ਆਪਾਂ ਰੂਰਲ ਇੰਡਸਟਰੀਜ਼ ਨੂੰ ਡਿਵੈਲਪ ਕਰ ਲਈਏ ਤਾਂ ਵੀ ਇੰਪਲੋਇਮੈਂਟ ਦੀ ਪ੍ਰੋਬਲਮ ਸੋਲਵ ਹੋ ਜੂ। ਸਟੇਟਸ ਔਰ ਸੈਂਟਰ ਨੂੰ ਇੱਕ ਦੂਸਰੇ ਨਾਲ ਕੋਆਪਰੇਟ ਕਰਕੇ ਚੱਲਣਾ ਚਾਹੀਦਾ, ਹੈ ਨਾ। ਐਡਮਿਨਿਸਟ੍ਰੇਸ਼ਨ ਵਧੀਆ ਬਣਾਈਏ, ਸਾਇੰਸ ਔਰ ਟੈਕਨੋਲੋਜੀ ਨੂੰ ਹੋਰ ਡਿਵੈਲਪ ਕਰੀਏ। ਹਿਊਮਨ ਕੈਪੀਟਲ ਫੋਰਮੇਸ਼ਨ, ਵੈਰੀ ਇੰਪੋਰਟੈਂਟ ਪੁਆਇੰਟ, ਬਹੁਤ ਅੱਛਾ ਪੁਆਇੰਟ ਹੈ। ਹਿਊਮਨ ਨੂੰ ਰਿਸੋਰਸ ਬਣਾਈਏ, ਹਿਊਮਨ ਦੇਸ਼ ਲਈ ਐਸੈਟ ਹੋਣਾ ਚਾਹੀਦਾ, ਲਾਇਬਿਲਿਟੀ ਨਹੀਂ ਹੋਣਾ ਚਾਹੀਦਾ, ਹੈ ਨਾ। ਦੇਸ਼ ਦੇ ਲਈ ਉਹ ਭਾਰ ਨਹੀਂ ਹੋਣਾ ਚਾਹੀਦਾ, ਦੇਸ਼ ਦੀ ਸੰਪੱਤੀ ਬਣ ਜੇ ਉਹ। ਅਗਰ ਉਹ ਪੜ੍ਹ ਲਿਖ ਜੇ, ਉਹਦੇ ਵਿੱਚ ਸਕਿੱਲਸ ਹੋ ਜਾਣ, ਤਾਂ ਨੈਚੁਰਲੀ ਹੀ ਵਿਲ ਬੀ ਐਨ ਐਸੈਟ। ਸੋ ਅੱਗੇ ਵੀ ਇੱਦਾਂ ਜਿਹਾ ਹੀ ਕੁਛ ਦਿੱਤਾ ਹੋਇਆ, ਤੁਸੀਂ ਦੇਖ ਲਿਓ, ਪੂਰਾ ਚੈਪਟਰ ਇੱਕ ਵਾਰ ਰੀਡ ਆਊਟ ਕਰ ਲਿਓ, ਬਹੁਤ ਈਜ਼ਲੀ ਆਈ ਥਿੰਕ ਤੁਹਾਨੂੰ ਸਮਝ ਆ ਜਾਏਗਾ। ਥੈਂਕ ਯੂ।